ਦੇ ਮੌਸਮ ਦੇ ਨਾਲ-ਨਾਲ ਜਾਨਵਰ ਬੱਕਰੀ ਦੀ ਖੁਰਾਕ ਬਦਲਣਾ ਵੀ ਜ਼ਰੂਰੀ ਕਿਉਂ ਹੈ? ਔਰ ਦੂਸਰੇ ਨੰਬਰ ਤੇ ਨਵੇਂ ਫਾਰਮਰ ਅਕਸਰ ਸਾਲ ਬਾਅਦ ਆਪਣਾ ਫਾਰਮ ਬੰਦ ਕਰਕੇ ਘਾਟਾ ਖਾ ਕੇ ਕਿਉਂ ਬਹਿ ਜਾਂਦੇ ਨੇ? ਉਹਦੇ ਪਿੱਛੇ ਵੱਡੀ ਵਜ੍ਹਾ ਕੀ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਵਾਲੇਕੁਮ ਵੀਰੋ ਤੇ ਭਰਾਓ, ਸੋਹਣਿਓ ਤੇ ਜਨਮਕਨੋ, ਬੁੱਢਿਓ ਤੇ ਜਵਾਨੋ, ਵੈਲਕਮ ਕਰਨੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ, ਜਿਹਦਾ ਨਾਮ ਹੈ ਪੈਸ਼ਨ ਹੀ ਪ੍ਰੋਫੈਸ਼ਨ। ਵੀਰੋ, ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਨੀ ਹੈ ਕਿ ਬੱਕਰੀ ਫਾਰਮਿੰਗ ਦੇ ਵਿੱਚ ਸਰਦੀ ਔਰ ਗਰਮੀ ਦੋਨੋਂ ਮੌਸਮਾਂ ਦੇ ਵਿੱਚ ਬੱਕਰੀ ਦੀ ਖੁਰਾਕ ਕਿਹੜੀ ਹੋਣੀ ਚਾਹੀਦੀ, ਸਰਦੀ ਵਾਲੀ ਕਿਹੜੀ ਹੋਏ ਔਰ ਗਰਮੀ ਵਾਲੀ ਕਿਹੜੀ ਹੋਏ। ਮੌਸਮ ਬਦਲਣ ਦੇ ਨਾਲ ਨਾਲ ਖੁਰਾਕ ਬਦਲਣਾ ਕਿਉਂ ਜ਼ਰੂਰੀ ਹੈ, ਤਾਂ ਕਿ ਤੁਹਾਡਾ ਜਾਨਵਰ ਸਿਹਤਮੰਦ ਵੀ ਰਹਿ ਸਕੇ ਔਰ ਮੁਨਾਫਾ ਵੀ ਜ਼ਿਆਦਾ ਦੇ ਸਕੇ। ਤੋ ਚੱਲਦੇ ਹਾਂ ਵੀਡੀਓ ਦੇ ਮੌਜੂ ਦੀ ਤਰਫ। ਸਾਰਿਆਂ ਤੋਂ ਪਹਿਲੇ ਵੀਡੀਓ ਉੱਤੇ ਗੱਲ ਕਰਨੀ ਹੈ, ਕਿਉਂਕਿ ਹੁਣ ਗਰਮੀ ਦਾ ਮੌਸਮ ਆ ਰਿਹਾ ਹੈ ਤੇ ਅਸੀਂ ਪਹਿਲੇ ਗਰਮੀ ਦੀ ਡਾਈਟ ਪਲਾਨ ਦੀ ਗੱਲ ਕਰਾਂਗੇ। ਅਸੀਂ ਇਹਦੇ ਵਿੱਚ ਦੋ ਚਾਰਟ ਬਣਾਉਣੇ ਨੇ, ਜਿਹਦੇ ਵਿੱਚ ਇੱਕ ਸਰਦੀਆਂ ਦੀ ਡਾਈਟ ਪਲਾਨ ਦਾ ਚਾਰਟ ਹੋਏਗਾ ਔਰ ਦੂਸਰਾ ਗਰਮੀਆਂ ਦੀ ਡਾਈਟ ਪਲਾਨ ਦਾ ਚਾਰਟ ਹੋਏਗਾ। ਸਭ ਤੋਂ ਪਹਿਲੇ ਅਸੀਂ ਗੱਲ ਕਰਨੇ ਆ ਕਿ ਗਰਮੀਆਂ ਦੇ ਡਾਈਟ ਪਲਾਨ ਦੀ। ਗਰਮੀਆਂ ਦੇ ਵਿੱਚ ਵੀਰੋ ਬੱਕਰੀ ਨੂੰ ਸਭ ਤੋਂ ਜ਼ਿਆਦਾ ਮਸਲੇ ਜਿਹੜੇ ਹੁੰਦੇ ਨੇ ਉਹ ਦੋ ਚੀਜ਼ ਦੇ ਹੁੰਦੇ ਨੇ। ਇੱਕ ਹੁੰਦਾ ਹੈ ਹੀਟ ਸਟ੍ਰੋਕ, ਯਾਨੀ ਕਿ ਅਕਸਰ ਕਹਿ ਲਓ ਕਿ ਗਰਮੀ ਦਾ ਝਟਕਾ ਲੱਗ ਜਾਣਾ, ਬਹੁਤ ਜ਼ਿਆਦਾ ਗਰਮੀ ਦਾ। ਦੂਸਰੇ ਨੰਬਰ ਤੇ ਹੁੰਦੀ ਡੀਹਾਈਡਰੇਸ਼ਨ। ਇਹਨਾਂ ਚੀਜ਼ਾਂ ਨੂੰ ਬਚਣ ਵਾਸਤੇ ਸਭ ਤੋਂ ਪਹਿਲੇ ਨੰਬਰ ਤੇ ਸਬਜ਼ ਚਾਰਾ। ਹਮੇਸ਼ਾ ਬੱਕਰੀ ਨੂੰ, ਜਾਨਵਰ ਨੂੰ ਜਨਾਬ, ਗਰਮੀ ਦੇ ਵਿੱਚ ਉਂਝ ਦਾ ਸਬਜ਼ ਚਾਰਾ ਦਿਓ ਕਿ ਜਿਹਦੇ ਵਿੱਚ ਪਾਣੀ ਦੀ ਮਿਕਦਾਰ ਬਹੁਤ ਜ਼ਿਆਦਾ ਹੋਏ। ਉਹਦੇ ਵਿੱਚ ਕਹਿ ਲਓ ਕਿ ਤੁਸੀਂ ਜਵਾਰ ਵੀ ਦੇ ਸਕਦੇ ਹੋ, ਬਾਜਰਾ ਵੀ ਦੇ ਸਕਦੇ ਹੋ, ਠੀਕ ਹੈ। ਦੂਸਰੇ ਨੰਬਰ ਤੇ ਹੁੰਦੇ ਨੇ ਨਮਕੀਆਤ ਜਾਨਵਰ ਦੇ ਪੂਰੇ ਕਰਨੇ। ਉਹ ਕੀ ਹੈ ਕਿ ਜਾਨਵਰ ਪਾਣੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਪੀਂਦਾ ਹੈ, ਲੇਕਿਨ ਫਿਰ ਵੀ ਉਹਨੂੰ ਪਾਣੀ ਦੀ ਕਮੀ ਰਹਿੰਦੀ, ਕਿਉਂਕਿ ਉਹਦੇ ਅੰਦਰ ਮਿਨਰਲਸ ਦੀ ਕਮੀ ਹੁੰਦੀ, ਨਮਕੀਆਤ ਦੀ ਕਮੀ ਹੁੰਦੀ ਹੈ। ਉਹ ਪੂਰੀ ਕਰਨ ਵਾਸਤੇ ਉਹ ਪਾਣੀ ਦੇ ਵਿੱਚ ਤੁਸੀਂ ਜਿਹੜਾ ਨਾ ਹਲਕਾ ਜਿਹਾ ਜਾਂ ਤੇ ਨਮਕ ਜਾਂ ਫਿਰ ORS ਸ਼ਾਮਲ ਕਰੋ, ਤਾਂ ਕਿ ਉਹਦੇ ਨਮਕੀਆਤ ਪੂਰੇ ਰਹਿਣ। ਤੀਸਰੇ ਨੰਬਰ ਤੇ ਜਨਾਬ ਚਾਰਨ ਦਾ ਟਾਈਮ। ਬੱਕਰੀ ਫਾਰਮਿੰਗ ਦੇ ਵਿੱਚ ਸਾਰੀ ਗੱਲ ਬੱਕਰੀਆਂ ਨੂੰ ਚਾਰਨਾ ਲਾਜ਼ਮੀ ਹੁੰਦਾ ਹੈ। ਉਹਦੇ ਨਾਲ ਹੀ ਉਹਨਾਂ ਦਾ ਇੱਕ ਨੈਚੁਰਲ ਇਨਵਾਇਰਮੈਂਟ ਉਹਨਾਂ ਦੀ ਅਟੈਚ ਰਹਿੰਦੀ ਹੈ, ਠੀਕ ਹੈ। ਉਹਨਾਂ ਦੀ ਇਮਿਊਨਿਟੀ ਬੂਸਟ ਹੁੰਦੀ ਰਹਿੰਦੀ ਹੈ। ਉਹਦੇ ਵਾਸਤੇ ਚਾਰਨ ਵਾਸਤੇ ਬਿਹਤਰ ਹੈ ਵੇ ਕਿ ਤੁਸੀਂ ਜਾਂ ਸੁਬਾਹ ਦਾ ਟਾਈਮ ਕਰੋ ਜਾਂ ਸ਼ਾਮ ਦਾ ਟਾਈਮ ਕਰੋ। ਦੁਪਹਿਰ ਦੀ ਧੁੱਪ ਦੇ ਵਿੱਚ ਬੱਕਰੀਆਂ ਨੂੰ ਨਾ ਚਾਰੋ, ਤਾਂ ਕਿ ਉਦੋਂ ਧੁੱਪ ਬਹੁਤ ਤੇਜ਼ ਹੁੰਦੀ, ਗਰਮੀ ਆਪਣੀ ਇੰਤਹਾ ਨੂੰ ਪੁੱਜੀ ਹੁੰਦੀ ਹੈ। ਪੰਜਵੇਂ ਨੰਬਰ ਤੇ ਠੰਡੀ ਖੁਰਾਕ, ਵੱਡੇ ਦੀ ਗੱਲ ਹੋਣ ਲਈ। ਤੇ ਗਰਮੀਆਂ ਦੇ ਵਿੱਚ ਤੁਸੀਂ ਜਨਾਬ ਜਿਹੜਾ ਖਾਲੇ ਜਾਂ ਫਿਰ ਦੂਸਰੇ ਨੰਬਰ ਤੇ ਗੰਦਮ, ਕਣਕ ਵਗੈਰਾ, ਇਹਨਾਂ ਤੋਂ ਥੋੜਾ ਜਿਹਾ ਪਰਹੇਜ਼ ਕਰੋ। ਖਵਾਓ, ਲੇਕਿਨ ਇੱਕ ਲਿਮਟ ਦੇ ਵਿੱਚ, ਜ਼ਿਆਦਾ ਨਾ ਖਿਲਾਓ। ਜ਼ਿਆਦਾ ਤੁਸੀਂ ਅਗਰ ਕਰਨਾ ਚੋਕਰ ਜ਼ਿਆਦਾ ਕਰ ਲਓ, ਕਿਉਂਕਿ ਚੋਕਰ ਠੰਡਾ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਇਹ ਇਹਤਿਆਤਾਂ ਨੇ ਕੁਛ ਗਰਮੀਆਂ ਦੀ ਡਾਈਟ ਪਲਾਨ। ਇਹ ਅਗਰ ਤੁਸੀਂ ਇਹਦੇ 'ਤੇ ਅਮਲ ਕਰ ਲਓ ਤੇ ਜਨਾਬ ਤੁਹਾਡੇ ਜਾਨਵਰ ਬਿਲਕੁਲ ਗਰਮੀਆਂ ਦੇ ਵਿੱਚ ਬਿਹਤਰੀਨ ਰਿਜ਼ਲਟ ਦੇਣਗੇ ਔਰ ਬਿਹਤਰੀਨ ਰਹਿਣਗੇ। ਉਸ ਤੋਂ ਬਾਅਦ ਹੁਣ ਕਰ ਲੈਂਦੇ ਹਾਂ ਸਰਦੀਆਂ ਦੇ ਡਾਈਟ ਪਲਾਨ ਦੀ ਗੱਲ। ਸਰਦੀਆਂ ਦੇ ਵਿੱਚ ਜਨਾਬ ਜਿਹੜਾ ਨਾ, ਸਭ ਤੋਂ ਪਹਿਲੇ ਤੁਸੀਂ ਆਪਣੇ ਜਾਨਵਰ ਦਾ ਟੈਂਪਰੇਚਰ ਮੇਨਟੇਨ ਰੱਖਣਾ ਹੁੰਦਾ, ਆਪਣੇ ਜਾਨਵਰ ਨੂੰ ਹੀਟ ਅਪ ਰੱਖਣਾ ਹੁੰਦਾ ਹੈ ਕਿ ਉਹਨੂੰ ਸਰਦੀ ਦੀ ਸ਼ਿੱਦਤ ਨਾ ਮਹਿਸੂਸ ਹੋਏ। ਉਹਦੇ ਵਿੱਚ ਕੀ ਹੈ ਕਿ ਉਹਦੇ ਵਾਸਤੇ ਸਭ ਤੋਂ ਪਹਿਲੇ ਨੰਬਰ 'ਤੇ ਉਹਦੀ ਐਨਰਜੀ ਬੂਸਟ ਕਰਨੀ ਪੈਂਦੀ। ਐਨਰਜੀ ਬੂਸਟ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਦੇਣੀਆਂ ਨੇ, ਉਹਦੇ ਵਿੱਚ ਜਾਂ ਤੁਸੀਂ ਕਣਕ ਦਾ ਦਲੀਆ ਦੇ ਸਕਦੇ ਹੋ, ਮਕਾਈ ਦਾ ਦਲੀਆ ਦੇ ਸਕਦੇ ਹੋ, ਖਲ ਦੇ ਸਕਦੇ ਹੋ। ਇਹ ਚੀਜ਼ਾਂ ਐ ਵੇ ਕਿ ਹੀਟ 'ਚ ਲਿਆਉਂਦੀਆਂ ਜਾਨਵਰ ਨੂੰ, ਜਾਨਵਰ ਦੀ ਐਨਰਜੀ ਬੂਸਟ ਰਹਿੰਦੀ। ਦੂਸਰੇ ਨੰਬਰ 'ਤੇ ਤੁਸੀਂ ਜਾਨਵਰ ਨੂੰ ਸਬਜ਼ ਚਾਰਾ ਕਮ ਤੋਂ ਕਮ ਦਿਓ। ਕੋਸ਼ਿਸ਼ ਕਰੋ ਕਿ ਖੁਸ਼ਕ ਚਾਰਾ ਦਿਓ ਜਿੰਨਾ ਦੇ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਤੁਸੀਂ ਖੁਸ਼ਕ ਚਾਰਾ ਜਿਹੜਾ ਵੀ ਤੁਹਾਨੂੰ ਆਪਣੇ ਲੱਕ ਦੇ ਹਿਸਾਬ ਨਾਲ ਅਵੇਲੇਬਲ ਹੋਏ, ਠੀਕ ਹੈ, ਉਹ ਤੁਸੀਂ ਦਿਓ। ਹਰ ਬੰਦਾ ਸਾਰੀ ਗੱਲ ਆਪਣੇ ਲੱਕ ਦੇ ਹਿਸਾਬ ਨਾਲ, ਕਈ ਜਿਹੜਾ ਉਹ ਲੂਸਨ ਦਿੰਦੇ ਨੇ, ਡਰਾਈ ਲੂਸਨ ਦਿੰਦੇ ਨੇ, ਕੋਈ ਮੁਖਤਲਿਫ ਖੁਰਾਕਾਂ ਨੇ, ਹਰ ਬੰਦੇ ਦੇ ਇਲਾਕੇ ਦੇ ਹਿਸਾਬ ਨਾਲ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਇਲਾਵਾ ਤੀਸਰੇ ਨੰਬਰ 'ਤੇ ਤੁਸੀਂ ਚੀਜ਼ ਉਹਦੀ ਦੇਣੀ ਹੈ, ਗੁੜ ਦਾ ਇਸਤੇਮਾਲ ਕਰੋ ਸਰਦੀਆਂ ਦੇ ਵਿੱਚ, ਕਿ ਹਫ਼ਤੇ ਦੇ ਵਿੱਚ 2 ਤੋਂ 3 ਦਫਾ ਲਾਜ਼ਮੀ ਤੁਸੀਂ ਆਪਣੀ ਬੱਕਰੀ ਨੂੰ ਗੁੜ ਦਿਓ। ਉਹਦੇ ਨਾਲ ਉਹਦੀ ਐਨਰਜੀ ਬੂਸਟ ਹੋਈ ਰਹਿੰਦੀ ਹੈ ਔਰ ਉਹਨੂੰ, ਉਹਦਾ ਹਾਜ਼ਮਾ ਵੀ ਬੜਾ ਬਿਹਤਰ ਰਹਿੰਦਾ ਹੈ, ਉਹਨੂੰ ਭੁੱਖ ਵੀ ਮਜ਼ੀਦ ਲੱਗਦੀ ਹੈ। ਪੰਜਵੇਂ ਨੰਬਰ 'ਤੇ ਅਕਸਰ ਸਰਦੀ ਦੇ ਵਿੱਚ ਜਾਨਵਰ ਪਾਣੀ ਨਹੀਂ ਪੀਂਦਾ, ਕਿਉਂਕਿ ਠੰਡਾ ਅਕਸਰ ਹੱਥ 'ਤੇ ਬੱਕਰੀ ਠੰਡਾ ਪਾਣੀ ਨਹੀਂ ਪੀਂਦੀ ਹੈ, ਕਨਫਰਮ ਹੈ। ਗਰਮੀ ਦੇ ਵਿੱਚ, ਸਰਦੀ ਦੇ ਵਿੱਚ ਸੋਰੀ। ਉਹਦੇ ਵਾਸਤੇ ਤੁਸੀਂ ਜਾਂ ਤਾਂ ਬੱਕਰੀ ਨੂੰ ਬਿਲਕੁਲ ਨੀਮ ਗਰਮ ਪਾਣੀ ਦਿਓ ਜਾਂ ਫਿਰ ਤੁਸੀਂ ਤਾਜ਼ਾ ਪਾਣੀ ਪਿਲਾਓ, ਕਿਉਂਕਿ ਸਰਦੀ ਵਿੱਚ ਬੱਕਰੀ ਪਾਣੀ ਛੱਡ ਜਾਂਦੀ ਹੈ ਔਰ ਪਾਣੀ ਨਾ ਪੀਣ ਦੀ ਵਜ੍ਹਾ ਤੋਂ ਉਹਨੂੰ ਪੱਥਰੀਆਂ ਹੋਣ ਦੀ ਵੀ ਪਰੇਸ਼ਾਨੀ ਹੋ ਸਕਦੀ ਹੈ ਬੱਕਰੀ ਨੂੰ, ਇਹ ਕਨਫਰਮ। ਡਾਈਟ ਪਲਾਨ ਤੋਂ ਬਾਅਦ ਸਭ ਤੋਂ ਅਹਿਮ ਚੀਜ਼ ਜਿਹੜੀ ਹੈ, ਜਿਹੜੀ 12 ਮਹੀਨੇ ਕਰਨੀ ਹੈ, ਉਹ ਹੈ ਵੇ ਕਿ ਤੁਸੀਂ ਆਪਣੇ ਜਾਨਵਰਾਂ ਨੂੰ ਮਿਨਰਲ ਮਿਕਸਚਰ ਦਿਓ। ਦੂਸਰੇ ਨੰਬਰ 'ਤੇ ਉਹਨਾਂ ਨੂੰ ਜਿਹੜਾ ਨਮਕ ਦਾ ਢੇਲਾ ਇੱਕ ਲਾਜ਼ਮੀ ਉਹਨਾਂ ਦੇ ਅੱਗੇ ਰੱਖੋ, ਤਾਂ ਕਿ ਉਹ ਚੱਟਦੇ ਰਹਿਣ। ਉਹਦੇ ਨਾਲ ਵੀ ਉਹਨਾਂ ਦੀ ਭੁੱਖ ਵੱਧਦੀ ਰਹਿੰਦੀ ਹੈ, ਉਹਨਾਂ ਦਾ ਹਾਜ਼ਮਾ ਬਿਹਤਰ ਰਹਿੰਦਾ ਹੈ ਔਰ ਜਾਨਵਰ ਪੂਰਾ ਫਿੱਟ ਰਹਿੰਦਾ ਹੈ। ਦੇਖੋ ਵੀਰੋ, ਅਗਰ ਤਾਂ ਤੁਸੀਂ ਇਹ ਜਿਹੜੀਆਂ ਤੁਹਾਨੂੰ ਇਹਤਿਆਤਾਂ ਦੱਸੀਆਂ, ਡਾਈਟ ਪਲਾਨ ਦੱਸੇ ਨੇ, ਅਗਰ ਇਹਨਾਂ 'ਤੇ ਤੁਸੀਂ ਅਮਲ ਕਰ ਲੈਂਦੇ ਹੋ ਤੇ ਇਹ ਤਬਦੀਲੀਆਂ ਕਰ ਲੈਂਦੇ ਹੋ, ਤਾਂ ਆਟੋਮੈਟਿਕਲੀ ਇਨਸ਼ਾਅੱਲਾ ਤੁਹਾਡਾ ਫਾਰਮ ਜਿਹੜਾ ਰਨ ਕਰੇਗਾ, ਬੰਦ ਹੋਣ ਵਾਲੇ ਪਾਸੇ ਨਹੀਂ ਆਏਗਾ। ਜਿਹਨਾਂ ਦੇ ਫਾਰਮ ਬੰਦ ਹੁੰਦੇ ਨੇ, ਉਹਨਾਂ ਦੀ ਵਜ੍ਹਾ ਇਹੋ ਹੀ ਹੈ ਕਿ ਨਵੇਂ ਨਵੇਂ ਸ਼ੌਕ ਪੈਂਦੇ ਨੇ ਨੈੱਟ ਤੇ, ਸੋਸ਼ਲ ਮੀਡੀਆ ਤੇ, ਔਰ ਉਹ ਬੱਕਰੀਆਂ ਖਰੀਦ ਲਿਆਉਂਦੇ ਨੇ, ਲਿਆ ਕੇ ਸ਼ੁਰੂ ਕਰ ਦਿੰਦੇ ਨੇ। ਸਾਰਾ ਸਾਲ ਇੱਕੋ ਡਾਈਟ ਪਲਾਨ ਚਲਾਉਂਦੇ ਨੇ, ਸਬਜ਼ ਚਾਰਾ ਹੀ ਪਾਈ ਹੁੰਦੇ ਨੇ। ਉਹਦੇ ਨਾਲ ਕੀ ਹੁੰਦਾ ਹੈ ਕਿ ਜਾਨਵਰ ਦਾ ਲਗਾਤਾਰ ਪਾਉਣ ਦੇ ਨਾਲ ਵਜ਼ਨ ਵੀ ਘੱਟ ਜਾਂਦਾ, ਦਿਨ ਦਿਨ ਜਾਨਵਰ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਔਰ ਐਂਡ ਮੁਨਾਫੇ ਦੀ ਜਗ੍ਹਾ ਘਾਟੇ 'ਚ ਜਾਂਦਾ।
ਲੇਕਿਨ ਅਗਰ ਤੁਸੀਂ ਇਹ ਡਾਈਟ ਪਲਾਨ ਨੂੰ ਫੋਲੋ ਕਰ ਲਓਗੇ ਤੇ ਤੁਹਾਡੇ ਜਾਨਵਰ ਦਿਨ ਬ ਦਿਨ ਜਨਾਬ ਸਿਹਤਮੰਦ ਵੀ ਹੋਣਗੇ, ਉਹਨਾਂ 'ਚ ਚੁਸਤੀ ਵੀ ਆਏਗੀ ਔਰ ਮਜ਼ੀਦ ਹੈ ਵੇ ਕਿ ਤੁਹਾਨੂੰ ਔਰ ਮੁਨਾਫਾ ਵੀ ਦੇ ਕੇ ਜਾਣਗੇ। ਲਿਹਾਜ਼ਾ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ